ਉਮਰਾਂ ਦੇ ਪੈਂਡੇ ਪ੍ਰੋਗਰਾਮ ਵਿੱਚ ਮੈਂ ਤੁਹਾਡਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ। ਇਸ ਪ੍ਰੋਗਰਾਮ ਵਿੱਚ ਅਸੀਂ ਸ਼ਹਿਰ ਦੀਆਂ ਨਾਮੀ ਗ੍ਰਾਮੀ ਸ਼ਖਸੀਅਤਾਂ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਜੋ ਉਮਰਾਂ ਦੇ ਅਲੱਗ-ਅਲੱਗ ਪੈਂਡੇ ਤੈਅ ਕਰਦਿਆਂ ਕਦੀ ਖੁਸ਼ੀ, ਕਦੀ ਗਮ, ਸੰਤਾਪ, ਦੁੱਖ, ਸੁੱਖ, ਖੇੜੇ ਸਭ ਨੂੰ ਜੀ ਕੇ, ਸਭ ਨੂੰ ਅੱਛੀ ਤਰ੍ਹਾਂ ਮੰਨ ਕੇ ਜ਼ਿੰਦਗੀ ਨੂੰ ਖੂਬਸੂਰਤ ਢੰਗ ਨਾਲ ਜੀ ਰਹੇ ਹਨ। ਇसी श्रृंखला च असी अज तुहानूं मिलवान जा रहे हाँ पत्रकार साहित्यकार श्री सिमर सदोच जी नूं। स्वागत है सर तुहाडा सिमर जी उमरां दे पैंडे प्रोग्राम विच। मेरे वालों भी तुहाडा स्वागत भी ते तुहाडा धन्नवाद भी। धन्नवाद दूरदर्शन दा भी जिहदे पैर मेरे घर च पए ने। धन्नवाद सिमर जी। मुर्दा है तो शीश झुका के चलदा चल, जिंदा है तो जिंदाबाद ज़रूरी है। ਜ਼ਿੰਦਗੀ ਨੂੰ ਸਦਾ ਜ਼ਿੰਦਾਬਾਦ ਕਹਿਣ ਵਾਲੇ ਬਹੁਮੁਖੀ ਪ੍ਰਤਿਭਾ ਦੇ ਧਨੀ ਲੇਖਨ ਤੇ ਸਾਹਿਤ ਨਾਲ ਜੁੜੇ ਹੋਏ ਉਹਨੂੰ ਹੀ ਆਪਣੀ ਜ਼ਿੰਦਗੀ ਮੰਨਣ ਵਾਲੇ ਉਮਰਾਂ ਦੇ ਪੈਂਡੇ ਪ੍ਰੋਗਰਾਮ 'ਚ ਸਿਮਰ ਜੀ ਅੱਜ ਰੂਬਰੂ ਹੋਏ ਹਨ। ਸਿਮਰ ਜੀ, ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਡੀ ਇਸ ਬਹੁਮੁਖੀ ਪ੍ਰਤਿਭਾ, ਇਸ ਸਸ਼ਕਤ ਪ੍ਰਤਿਭਾ ਤੇ ਵਿਅਕਤਿਤਵ ਪਿੱਛੇ ਤੁਹਾਡੇ ਪਰਿਵਾਰਿਕ ਪਿਛੋਕੜ ਦਾ ਕਿੰਨਾ ਕੁ ਹੱਥ ਹੈ? ਡਾਕਟਰ ਸਾਹਿਬਾ, ਲੇਖਨ ਮੇਰੀਆਂ ਨਸਾਂ 'ਚ ਹੈ ਜੀ, ਮੇਰੇ ਰਕਤ ਵਿੱਚ ਹੈ ਜੀ। ਸਾਹਿਤ ਮੇਰੀ ਵਿਰਾਸਤ 'ਚ ਹੈ। ਲੇਖਨ, ਮੇਰਾ ਲੇਖਨ ਅਤੇ ਮੇਰੀ ਵਿਰਾਸਤ ਜੀ ਦੋਨੋਂ ਜਦ ਮਿਲੇ ਤਾਂ ਮੇਰੀਆਂ ਕਿਤਾਬਾਂ ਬਣੀਆਂ, ਮੇਰੀਆਂ ਕਹਾਣੀਆਂ ਬਣੀਆਂ, ਮੇਰੇ ਉਪਨਿਆਸ ਬਣੇ ਜੀ, ਮੇਰਾ ਸਾਹਿਤ ਬਣਿਆ, ਮੇਰੀ ਪੱਤਰਕਾਰਤਾ ਬਣੀ। ਜੀ ਹਰ ਆਦਮੀ ਨੂੰ ਆਪਣੇ ਵਿਰਸੇ 'ਤੇ, ਆਪਣੇ ਅਤੀਤ 'ਤੇ, ਆਪਣੇ ਪਰਿਵਾਰ, ਆਪਣੇ ਘਰ 'ਤੇ ਬੜਾ ਫਖਰ ਹੁੰਦਾ ਵੇ। ਤੇ ਮੈਨੂੰ ਵੀ ਇਸ ਗੱਲ ਦਾ ਬੜਾ ਫਖਰ ਹੈ, ਬੜਾ ਮਾਣ ਹੈ ਕਿ ਮੈਂ ਇੱਕ ਉਸ ਪਰਿਵਾਰ ਨਾਲ ਜੁੜਿਆ ਹੋਇਆ ਵਾਂ ਜਿਹੜਾ ਗੁਰੂ ਘਰ ਨਾਲ ਜੁੜਿਆ ਪਰਿਵਾਰ ਸੀ, ਜਿਹੜਾ ਫਰੀਡਮ ਫਾਈਟਰ ਪਰਿਵਾਰ, ਸੁਤੰਤਰਤਾ ਸੈਨਾਨੀ ਪਰਿਵਾਰ, ਜਿਹੜੇ ਪਰਿਵਾਰ ਨੇ ਗੁਰੂ ਘਰ 'ਚ ਲੰਗਰ ਭੇਜ ਕੇ ਫਿਰ ਰੋਟੀ ਖਾਧੀ ਏ, ਉਸ ਪਰਿਵਾਰ ਦੀ ਗੁੜਤੀ ਮੇਰੇ ਜਿਸਮ ਵਿੱਚ ਹੈ। ਤੇ ਮੇਰੇ 7 ਪੀੜ੍ਹੀਆਂ ਤੋਂ ਬਹੁਤ ਘੱਟ ਲੋਕਾਂ ਨੂੰ ਆਪਣੀਆਂ 7 ਪੀੜ੍ਹੀਆਂ ਦਾ ਇਲਮ ਹੁੰਦਾ ਹੈ ਡਾਕਟਰ ਸਾਹਿਬਾ। ਬਿਲਕੁਲ। ਤੇ ਮੈਂ ਇਹ ਵੀ ਬੜੇ ਫਖਰ ਨਾਲ ਕਹਿ ਸਕਦਾ ਵਾਂ ਕਿ ਸ਼ਾਹ ਗੁਲਾਬ ਸ਼ਾਹ ਜੀ ਦਾ ਪਰਿਵਾਰ, ਫਿਰ ਸ਼ਾਹ ਨੱਥੇ ਸ਼ਾਹ ਜੀ ਦਾ ਪਰਿਵਾਰ, ਫਿਰ ਸ਼ਾਹ ਤਾਰੇ ਸ਼ਾਹ ਦਾ, ਤਾਰੇ ਸ਼ਾਹ ਤੋਂ ਸਾਡੇ ਘਰ 'ਚ ਸਿੱਖੀ ਨੇ ਪ੍ਰਵੇਸ਼ ਕੀਤਾ ਤੇ ਉਦੋਂ ਹੀ ਸਾਡੇ ਘਰ 'ਚ ਸਾਹਿਤ ਨੇ ਪ੍ਰਵੇਸ਼ ਕੀਤਾ। ਸ਼ਾਹ ਤਾਰੇ ਸ਼ਾਹ ਜੀ ਕਤਲੀਆਂ ਲਿਖਦੇ ਸੀ ਤੇ ਕਤਲੀ ਖੇਡਦੇ ਸੀ। ਕਤਲੀ ਸਾਹਿਤ ਦੀ ਉਹ ਵਿਧਾ ਹੈ ਜਿਹੜੀ ਵੀਰ ਰਸੀ ਕਵਿਤਾ ਹੈ। ਵੀਰ ਰਸ ਵਿੱਚ ਭਿੱਜੀ ਕਵਿਤਾ 'ਚ ਕਤਲੀ ਖੇਡਣ ਵਾਲਾ ਉਹਦੇ ਹੱਥ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਆਪਣੇ ਸ਼ਤਰੂ ਨੂੰ ਥੱਲੇ ਡੇਗ ਲੈਂਦਾ ਹੈ। ਸ਼ਾਹ ਤਾਰੇ ਸ਼ਾਹ ਤੋਂ ਬਾਅਦ ਫਿਰ ਸਰਦਾਰ ਸੰਤੋਖ ਸਿੰਘ ਸਫਰੀ ਤਾਰਿਆਂ 'ਚੋਂ ਸ਼ਬਦ ਬੋਚਦੇ ਸੀ, ਤਾਰਿਆਂ ਵਿੱਚੋਂ ਸ਼ਬਦ ਲੱਭਦੇ ਸੀ, ਫਿਰ ਉਹਨਾਂ ਦੇ ਅਰਥ ਉਹ ਆਪ ਘੜਦੇ ਸੀ। ਬੈਤਾਂ ਦੇ ਉਹ ਬਾਦਸ਼ਾਹ, ਗਜ਼ਲ ਦੇ ਉਹ ਬਾਦਸ਼ਾਹ, ਮੁਸ਼ਾਰਿਆਂ ਦੇ ਉਹ ਬਾਦਸ਼ਾਹ। ਤੇ ਉਸ ਸ਼ਖਸ ਦਾ, ਉਸ ਪਰਿਵਾਰ ਦਾ ਮੈਂ ਇੱਕ ਅੰਗ ਤੇ ਸਾਹਿਤਕਾਰ ਮੈਂ ਵੀ। ਮੇਰਾ ਸਾਹਿਤ ਜਿਹੜਾ ਉਹ ਮੇਰੀਆਂ ਨਸਾਂ 'ਚ ਹੈ, ਮੇਰੇ ਰਕਤ ਵਿੱਚ ਹੈ, ਮੈਨੂੰ ਵਿਰਾਸਤ 'ਚ ਮਿਲਿਆ ਇਹ ਸਾਹਿਤ। ਇੰਨੀ ਬੁਲੰਦ ਵਿਰਾਸਤ ਨਾਲ ਤੁਸੀਂ ਸੰਬੰਧ ਰੱਖਦੇ ਹੋ, ਨਿਸੰਦੇਹ ਬਹੁਤ ਹੀ ਵਧੀਆ ਇੱਕ ਲੇਖਕ ਵੀ ਤੁਸੀਂ ਹੋਵੋਗੇ। ਮੈਂ ਜਾਣਨਾ ਚਾਹਾਂਗੀ, ਸਾਡੇ ਦਰਸ਼ਕ ਵੀ ਜਾਣਨਾ ਚਾਹਣਗੇ ਕਿ ਤੁਸੀਂ ਸਭ ਤੋਂ ਪਹਿਲਾਂ ਆਪਣੇ ਮਨ ਦੇ ਭਾਵਾਂ ਨੂੰ ਪਿਰੋਣ ਲਈ ਕਿਹੜੀ ਵਿਧਾ ਨੂੰ ਚੁਣਿਆ? ਮੇਰਾ ਮਤਲਬ ਹੈ ਕਵਿਤਾ 'ਚ ਲਿਖਣਾ ਸ਼ੁਰੂ ਕੀਤਾ ਜਾਂ ਕਹਾਣੀ 'ਚ ਲਿਖਣਾ ਸ਼ੁਰੂ? ਜੀ ਡਾਕਟਰ ਸਾਹਿਬਾ, ਬਿਲਕੁਲ ਦਰੁਸਤ ਗੱਲ ਹੈ। ਤੁਸੀਂ ਸਵਾਲ ਵੀ ਬੜਾ ਅੱਛਾ ਪੁੱਛਿਆ ਕਿਉਂਕਿ ਮੈਂ ਜਿਵੇਂ ਦੱਸਿਆ ਹੈ ਕਿ ਮੇਰੇ ਵਿਰਾਸਤ ਵਿੱਚ ਕਵਿਤਾ ਸੀ। ਜੀ, ਵਿਰਾਸਤ ਵਿੱਚ ਮੇਰੇ ਕਵਿਤਾ ਹੈ। ਇਸ ਵਾਸਤੇ ਸਭ ਤੋਂ ਪਹਿਲਾਂ ਮੈਂ ਕਵਿਤਾ ਹੀ ਲਿਖੀ ਸੀ ਤੇ ਮੇਰੀ ਪਹਿਲੀ ਕਵਿਤਾ ਜਿਹੜੀ ਸੀ ਉਹ 1962 ਵਿੱਚ ਮੈਂ ਲਿਖੀ ਸੀ। ਲੇਕਿਨ ਮੇਰਾ ਇਹ ਦੁਰਭਾਗ ਕਿ ਮੇਰੇ ਪਿਤਾ ਜੀ ਨੇ ਉਸ ਕਵਿਤਾ ਨੂੰ ਵੇਖ ਕੇ ਪੈਂਦਿਆਂ ਹੀ ਨਕਾਰ ਦਿੱਤਾ ਸੀ ਬਈ ਇਹ ਵੀ ਕੋਈ ਕਵਿਤਾ ਹੈ ਜਿਹਦੀ ਨਾ ਮਾਂ ਤੇ ਨਾ ਪਿਓ, ਨਾ ਬਹਿਰ ਹੈ, ਨਾ ਛੰਦ ਹੈ, ਨਾ ਸੁਰ ਹੈ, ਨਾ ਸਵਰ ਹੈ, ਕਿਉਂਕਿ ਉਹ ਬੈਤ ਲਿਖਦੇ ਸਨ। ਜੀ। ਤੇ ਫਿਰ ਮੈਂ ਵੀ ਉਹਨਾਂ ਦੀ ਵੇਖਾ ਵੇਖੀ ਗਜ਼ਲ ਲਿਖਣੀ ਸ਼ੁਰੂ ਕੀਤੀ। ਪਹਿਲੀ ਮੇਰੀ ਰਚਨਾ ਜਿਹੜੀ ਹੈ ਉਹ 1963 ਵਿੱਚ ਛਪੀ ਸੀ। ਪਹਿਲੀ ਕਵਿਤਾ ਮੇਰੀ ਜਿਹੜੀ ਹੈ ਉਹ 1964 ਵਿੱਚ ਛਪੀ ਸੀ ਤੇ ਪਹਿਲੀ ਮੇਰੀ ਕਹਾਣੀ ਜਿਹੜੀ ਹੈ ਉਸ ਵੇਲੇ ਦੀ ਹਰਮਨ ਪਿਆਰੀ ਲੋਕਪ੍ਰਿਯ ਅਖਬਾਰ ਜਿਹੜੀ ਸੀ ਹਿੰਦੀ ਮਿਲਾਪ, ਉਹਦੇ 'ਚ 1967 ਵਿੱਚ ਛਪੀ ਸੀ। ਬਿਲਕੁਲ ਸਹੀ। ਬੈਂਤਾਂ ਦੇ ਬਾਦਸ਼ਾਹ ਸੰਤੋਖ ਸਿੰਘ ਸਫਰੀ ਦੇ ਸੁਪੁੱਤਰ ਹੋਣ ਦੇ ਨਾਤੇ ਸ਼ਾਇਦ ਤੁਹਾਨੂੰ
ਪਿਛੋਕੜ ਤੋਂ ਹੀ ਵਿਰਾਸਤ 'ਚ ਹੀ ਕਵਿਤਾ ਹੀ ਮਿਲੀ ਤੇ ਤੁਸੀਂ ਉਹਨੂੰ ਹੀ ਅੱਗੇ ਚਲਾਇਆ। ਤੇ ਕਹਾਣੀ ਪਿੱਛੇ ਦੇਸ਼ ਦੀ ਵੰਡ ਸੀ, ਮਨ ਦੀਆਂ ਭਾਵਨਾਵਾਂ ਸੀ, ਜਾਂ ਕੋਈ ਘਟਨਾ ਇਦਾਂ ਦੀ ਜਿਹਨੇ ਕਹਾਣੀ ਲਿਖਣ ਵੱਲ ਤੋਰਿਆ ਤੁਹਾਨੂੰ? ਹਾਂਜੀ ਡਾਕਟਰ ਸਾਹਿਬਾ, ਮੈਂ ਮੇਰਾ ਪਹਿਲਾ ਜਿਹੜਾ ਕਿਤਾਬ ਪੁਸਤਕ ਛਪੀ ਸੀ ਪ੍ਰਕਾਸ਼ਨ, ਉਹ ਕਵਿਤਾ ਸੰਗ੍ਰਹਿ ਸੀ। ਕਿਉਂਕਿ ਮੈਂ ਆਪਣੇ ਪਿਤਾ ਜੀ ਨਾਲ ਬਹੁਤ ਜੁੜਿਆ ਸਾਂ। ਮੇਰੇ ਪਿਤਾ ਜੀ ਦਾ ਨਾਮ ਸਰਦਾਰ ਸੰਤੋਖ ਸਿੰਘ ਸਫਰੀ, ਸਾਹ ਸੇ ਸਫਰੀ, ਸਾਹ ਸੇ ਸਫਰ ਜਾਰੀ ਹੈ। ਤੇ ਮੇਰਾ ਜਿਹੜਾ ਪਹਿਲਾ ਕਾਵ ਸੰਗ੍ਰਹਿ ਸੀ ਉਹਦਾ ਸ਼ੀਰਸ਼ਕ ਸੀ ਸਫਰ ਜਾਰੀ ਹੈ। ਤੇ ਕਹਾਣੀ ਮੈਂ ਉਦੋਂ ਲਿਖੀ ਸੀ ਕਿਉਂਕਿ ਮੈਂ ਹਿੰਦੀ ਮਿਲਾਪ ਦੇ ਵਿੱਚ ਸਾਹਿਤ ਸੰਪਾਦਕ ਸੀ। ਮੇਰਾ ਬੜੀ ਪੀੜਾਦਾਇਕ ਦਰਿਆ ਨੂੰ ਲੰਘ ਕੇ ਮੈਂ ਸਾਹਿਤ ਸੰਪਾਦਕ ਦੇ ਪਦ ਤੇ ਪਹੁੰਚਿਆ ਸੀ। ਤੇ ਉਦੋਂ ਭਗਤ ਸਿੰਘ ਜੀ ਦੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸਾਥੀ ਹੁੰਦੇ ਸਨ ਸਰਦਾਰ ਰਣਬੀਰ ਸਿੰਘ ਜੀ। ਸਰਦਾਰ ਰਣਬੀਰ ਸਿੰਘ ਉਹਨਾਂ ਨੇ ਕਹਾਣੀ ਲਿਖੀ ਸੀਗੀ ਕਾਇਆ ਕਲਪ। ਤੇ ਉਸ ਕਾਇਆ ਕਲਪ ਤੋਂ ਮੈਂ ਪ੍ਰਭਾਵਿਤ ਹੋ ਕੇ ਮੈਂ ਕਹਾਣੀ ਲਿਖੀ ਸੀ ਤਾਜ ਕਾ ਵਾਰਿਸ। ਤੁਹਾਡਾ ਕਾਇਆ ਕਲਪ ਮੇਰੀ ਪਹਿਲੀ ਜਿਹੜੀ ਕਾਇਆ ਕਲਪ ਰਣਬੀਰ ਜੀ ਦੀ ਕਹਾਣੀ ਸੀ, ਤੇ ਤਾਜ ਕਾ ਵਾਰਿਸ ਜਿਹੜੀ ਸੀ ਉਹ ਮੇਰੀ ਪਹਿਲੀ ਕਹਾਣੀ ਸੀ। ਤੇ ਉਹਦੇ ਬਾਅਦ ਜਿਹੜਾ ਮੇਰਾ ਕਾਫੀ ਦੇਰ, ਬੜੀ ਦੇਰ ਕੋਈ ਸੰਗ੍ਰਹਿ ਨਹੀਂ ਆਇਆ। ਤੇ ਫਿਰ ਜਿਹੜਾ ਮੇਰਾ ਪਹਿਲਾ ਕਹਾਣੀ ਸੰਗ੍ਰਹਿ ਸੀ ਉਹ ਸੀ ਏਕ ਔਰ ਪਾਰੋ ਜੀ। ਉਹਨਾਂ ਦਿਨਾਂ 'ਚ ਉਹ ਨਾਵਲ ਉਪਨਿਆਸ ਦੇਵਦਾਸ ਬਹੁਤ ਮਸ਼ਹੂਰ ਸੀ ਤੇ ਮੈਂ ਵੀ ਉਹ 2-3 ਵਾਰੀ ਪੜ੍ਹਿਆ ਸੀ। ਫਿਰ ਮੈਂ ਕਹਾਣੀ ਵੀ ਪੜ੍ਹੀ ਸੀ ਤੇ ਉਹਦੀ ਨਾਇਕਾ ਪਾਰੋ ਮੇਰੀ ਕਲਮ ਦੇ ਹੇਠਾਂ, ਕਲਮ ਦੇ ਨਾਲ ਉਹ ਜੁੜ ਗਈ ਤੇ ਮੇਰੇ ਸਾਹਿਤ ਦਾ ਇੱਕ ਉਹ ਪਾਤਰ ਬਣ ਗਈ। ਮੈਂ ਆਪਣੀ ਡਾਇਰੀ ਵਿੱਚ ਵੀ ਲਿਖਿਆ ਹਿੰਦੀ ਵਿੱਚ ਕਿਤਨੀ ਪਾਰੋ। ਉਹ ਇੱਕ ਕਹਾਣੀ ਬਣਾਈ ਸੀ ਵੀ ਪਾਰੋ ਕਿੰਨੀਆਂ ਨੇ। ਤੇ ਇਸੇ ਤਰ੍ਹਾਂ ਜਿਵੇਂ ਦੇਵਦਾਸ ਦੀ ਪਾਰੋ ਪੀੜਾਵਾਂ ਨੂੰ ਸਹਿੰਦੀ ਹੈ ਤੇ ਪੀੜਾਵਾਂ ਦੇ ਨਾਲ ਨਾਲ ਤੁਰਦੀ ਹਮਸਫਰ ਹੋ ਕੇ, ਉੱਦਾਂ ਜਿਹੜੀ ਮੇਰੀ ਕਹਾਣੀ ਸੀ ਏਕ ਔਰ ਪਾਰੋ, ਉਹਦੀ ਨਾਇਕਾ ਜਿਹੜੀ ਉਹ ਇੰਨੀਆਂ ਕੋਈ ਪੀੜਾਵਾਂ ਸਹਿੰਦੀ ਹੈ ਕਿ ਉਹ ਆਪ ਪੱਥਰ ਬਣ ਜਾਂਦੀ ਹੈ। ਲੇਕਿਨ ਉਹਦੇ ਕੋਲ ਮੁਹੱਬਤ ਦਾ ਬੜਾ ਖਜ਼ਾਨਾ ਹੈ ਤੇ ਉਹਨੂੰ ਵੇਖ ਕੇ ਫਿਰ ਮੈਂ ਕਹਾਣੀ ਲਿਖੀ ਸੀ ਏਕ ਔਰ ਪਾਰੋ। ਉਹਦੇ ਨਾਂ 'ਤੇ ਹੀ ਮੇਰਾ ਪਹਿਲਾ ਸੰਗ੍ਰਹਿ ਕਹਾਣੀ ਸੰਗ੍ਰਹਿ ਸੀ। ਸਫਰ ਜਾਰੀ ਹੈ ਪਹਿਲਾ ਕਵਿਤਾ ਸੰਗ੍ਰਹਿ ਹੈ, ਏਕ ਔਰ ਪਾਰੋ ਕਹਾਣੀ ਸੰਗ੍ਰਹਿ। ਤੇ ਕਹਾਣੀਕਾਰ, ਕਵੀ ਸਿਮਰ ਸਦੋਸ਼ ਜੀ ਪੱਤਰਕਾਰ ਕਿਸ ਤਰ੍ਹਾਂ ਬਣ ਜਾਂਦੇ ਨੇ, ਅਖਬਾਰ ਦੀ ਦੁਨੀਆ ਨਾਲ ਕਿਸ ਤਰ੍ਹਾਂ ਜੁੜਦੇ ਨੇ? ਸਾਹਿਤਕਾਰ ਡਾਕਟਰ ਸਾਹਿਬਾ, ਜਿਵੇਂ ਤੁਸੀਂ ਜਾਣਦੇ ਹੋ, ਤੁਸੀਂ ਕਿਹਾ ਵੀ ਹੈ ਕਿ ਜਿਹੜੇ ਸਾਹਿਤਕਾਰ ਨੇ ਉਹ ਪੀੜਾਵਾਂ ਵੀ, ਸੰਤਾਪ ਵੀ ਭੋਗਦੇ ਨੇ, ਦੁੱਖ ਤੇ ਸੁੱਖ ਵੀ ਭੋਗਦੇ ਨੇ। ਪੀੜਾਂ ਦਾ ਇੱਕ ਪਰਾਗਾ ਹਰ ਸਾਹਿਤਕਾਰ ਦੇ ਮੋਢਿਆਂ ਤੇ ਸਿਰ ਤੇ ਰੱਖਿਆ ਹੁੰਦਾ ਹੈ। ਉਹਦੀ ਨਾ ਉਹਦੀ ਨੀਤੀ ਨਾਲ ਉਹ ਢਲ ਸਕਦਾ, ਨਾ ਉਹਦੀ ਨੀਅਤ ਨਾਲ ਢਲ ਸਕਦਾ। ਇਹ ਉਹਦੀ ਨੀਤੀ ਵਿੱਚ ਲਿਖਿਆ ਹੁੰਦਾ, ਨੀਤੀ, ਨੀਅਤ ਅਤੇ ਨਿਯਤੀ। ਤੇ ਇਹ ਜਿਹੜਾ ਪੀੜਾਂ ਦਾ ਪਰਾਗਾ ਹੈ ਇਹ ਮੇਰੇ ਸਿਰ ਤੇ ਵੀ ਸੀਗਾ, ਜਨਮ ਤੋਂ ਹੀ ਸੀਗਾ। ਮੇਰੇ ਪਿਤਾ ਜੀ ਤੇ ਮੇਰੇ ਪਿਤਾ ਜੀ ਮਹਿਲਾਂ ਦੇ ਵਾਰਸ, ਹਵੇਲੀਆਂ ਦੇ ਵਾਰਸ, ਮੀਲਾਂ ਤੱਕ ਫੈਲੀ ਉਹਨਾਂ ਦੀ ਜ਼ਮੀਨ। ਲੇਕਿਨ ਸਿਆਸਤ ਨੇ ਜਿਸ ਵੇਲੇ ਇੱਕ ਲਕੀਰ ਵਾਹੀ ਧਰਤੀਆਂ ਤੇ ਹਿੰਦੁਸਤਾਨ ਪਾਕਿਸਤਾਨ ਦੋ ਬਣ ਗਏ ਤੇ ਇੱਧਰ ਆ ਕੇ ਫਿਰ ਇੰਨੀ ਕੁ ਗੁਰਬਤ ਦੇ ਸਾਗਰ ਤਰਨੇ ਪਏ ਸਫਰੀ ਸਾਹਿਬ ਨੂੰ। ਤੇ ਮੈਂ ਵੀ ਉਹਨਾਂ ਦਾ ਕੁਰਤਾ ਫੜ ਕੇ ਉਹਨਾਂ ਦੇ ਪਿੱਛੇ ਸਾਂ। ਜੇ ਉਹ ਇੱਟਾਂ ਢੋਂਦੇ ਸੀ ਤੇ ਮੈਂ ਵੀ ਇੱਟਾਂ ਢੋਣ ਲੱਗ ਪੈਂਦਾ ਸੀ। ਤੇ ਉਸੇ ਦੌਰ ਵਿੱਚ ਡਾਕਟਰ ਸਾਹਿਬਾ ਇੱਕ ਦਿਨ ਰਾਤ ਨੂੰ ਮੇਰੀ ਤਕਦੀਰ ਬਦਲੀ ਤੇ ਮੈਨੂੰ ਇੱਕ ਬੰਦਾ, ਉਹਦਾ ਨਾਂ ਸੀ ਸਰਦਾਰ ਮਹਿੰਦਰ ਸਿੰਘ ਜੀ, ਉਹ ਮੈਨੂੰ ਨਾਲ ਲੈ ਗਿਆ। ਮੇਰੀ ਮਾਂ ਨੇ ਕਿਹਾ ਵੇ ਮਹਿੰਦਰਾ ਵਾਲੇ ਨੂੰ ਲਾ ਕਿਸੇ ਕੰਮ ਤੇ, ਰੋਟੀ 4 ਪੈਸੇ ਕਮਾਏ, ਘਰ ਦੀ ਰੋਟੀ ਆਏ। ਤੇ ਲੋ ਮੈਨੂੰ ਉਹ ਹਿੰਦੀ ਮਿਲਾਪ ਅਖਬਾਰ 'ਚ ਲੈ ਗਿਆ ਸੀ ਰਾਤ ਨੂੰ ਅਖਬਾਰਾਂ ਫੋਲਡ ਕਰਨ ਲਈ। ਅੱਛਾ ਜੀ। 4 ਆਨੇ ਦਿਹਾੜੀ ਤੇ ਉਸ ਰਾਤ ਇੱਕ ਫਰਿਸ਼ਤਾ, ਕਹਾਣੀਆਂ ਵਿੱਚ ਸੁਣਿਆ ਵੀ ਫਰਿਸ਼ਤਾ ਝੂਲੇ ਨਾਲ ਥੱਲੇ ਉਤਰਦਾ, ਸੱਚਮੁੱਚ ਇੱਕ ਫਰਿਸ਼ਤਾ ਆ ਗਿਆ ਸੀ ਡਾਕਟਰ ਸਾਹਿਬਾ ਜੀ। ਤੇ ਉਹਨੇ ਵੇਖਿਆ ਮੈਨੂੰ ਕਿ ਮੈਂ ਸੋਹਣਾ ਬੜਾ ਹੁੰਦਾ ਸਾਂ। ਉਹ ਟੀ-ਸ਼ਰਟ ਤੇ ਨਿੱਕਰ ਪਾਈ ਸੀ ਮੈਂ। ਤੇ ਉਹਨਾਂ ਵੇਖਿਆ, ਓਏ ਮਹਿੰਦਰਾ, ਓਏ ਕੌਣ ਹੀ ਮੁੰਡਾ? ਉਹ ਕਹਿੰਦਾ ਜੀ ਅਖਬਾਰਾਂ ਫੋਲਡ ਕਰਨ ਲਈ ਲਿਆਂਦਾ ਹੈ, ਗਰੀਬ ਹੈ, ਇਹਦੇ ਘਰ 'ਚ ਰੋਟੀ ਚਾਹੀਦੀ ਹੈ। ਉਹ ਮਰ ਜਾਏਗਾ ਜੇ ਰਾਤ ਨੂੰ, ਕਿੱਥੇ ਇਹਦੇ ਕੋਲ ਅਖਬਾਰਾਂ ਫੋਲਡ ਹੋਣੀਆਂ ਨੇ। ਕਿੰਨਾ ਪੜ੍ਹਿਆ ਮੁੰਡਿਆ? ਮੈਂ ਜੀ 10 ਪੜ੍ਹਿਆ ਵਾਂ। ਹਿੰਦੀ ਆਉਂਦੀ ਆ? ਮੈਂ ਜੀ ਬੜੀ ਚੰਗੀ ਜੀ, ਮੇਰੇ 70 ਨੰਬਰ ਆਏ ਨੇ।
100 ਚੋਂ। ਸਵੇਰੇ ਆ ਜੀ ਮੇਰੇ ਕੋਲ ਦਫ਼ਤਰ। ਲਓ ਡਾਕਟਰ ਸਾਹਿਬਾ ਮੈਂ ਸਵੇਰੇ ਚਲਾ ਗਿਆ ਹਾਂ ਜੀ ਮੈਨੂੰ ਉਹਨਾਂ ਨੇ ਉੱਥੇ ਸਟੋਰ ਤੇ ਬਿਠਾਤਾ ਦਾ ਸਟੋਰ ਕੀਪਰ ਲਾ ਦਿੱਤਾ ਜੀ ਤੇ 1962 ਚ ਦੀ ਗੱਲ ਹੈ ਤੇ ਅਪ੍ਰੈਲ ਵਿੱਚ ਇਲੈਕਸ਼ਨ ਆ ਗਿਆ ਚੁਣਾਵ ਆ ਗਏ ਚੋਣਾਂ 'ਚ ਜਿਹੜੀ ਮੇਰੀ ਅਖਬਾਰ ਦੇ ਮਾਲਕ ਸਨ ਯਸ਼ ਜੀ ਉਹ ਚੁਣਾਵ ਲੜਨ ਚਲੇ ਗਏ ਉਹਨਾਂ ਆਪਣਾ ਪੀਏ ਬਣਾ ਲਿਆ ਆਪਣੀ ਅਖਬਾਰ ਦਾ ਇੱਕ ਸਬ ਐਡੀਟਰ ਤੇ ਪ੍ਰੂਫ ਰੀਡਰ ਨੂੰ ਬਣਾ ਦਿੱਤਾ ਗਿਆ ਸਬ ਐਡੀਟਰ ਤੇ ਮੈਨੂੰ ਸਟੋਰ ਕੀਪਰ ਨੂੰ ਬਣਾ ਦਿੱਤਾ ਗਿਆ ਪ੍ਰੂਫ ਰੀਡਰ ਲੋ ਇਹਦੇ ਨਾਲ ਮੇਰਾ ਪੱਤਰਕਾਰਤਾ 'ਚ ਪ੍ਰਵੇਸ਼ ਹੋ ਗਿਆ ਤੇ ਇਸ ਪੱਤਰਕਾਰਤਾ ਦੇ ਪ੍ਰਵੇਸ਼ ਨੇ ਮੇਰੇ ਸਾਹਿਤ ਨੂੰ ਮੇਰੀ ਕਹਾਣੀਆਂ ਨੂੰ ਮੇਰੇ ਨਾਵਲਾਂ ਨੂੰ ਮੇਰੇ ਉਪਨਿਆਸ ਨੂੰ ਇੱਕ ਐਸਾ ਰਸਤਾ ਦਿੱਤਾ ਕਿ ਜਿੱਥੇ ਫਿਰ ਉਹ ਮੈਂ ਪਿੱਛੇ ਮੁੜ ਕੇ ਨਹੀਂ ਵੇਖਿਆ ਨਹੀਂ ਦੇਖਿਆ ਜਿਸ ਵਕਤ ਕਹਿੰਦੇ ਆ ਕਿ ਪਾਪਾ ਕਹਦੇ ਵੀ ਮੇਰੇ ਨਾਂ ਤੇ ਹੀ ਸਭ ਤੋਂ ਛੋਟੀ ਕਹਾਣੀ ਚੱਲ ਰਹੀ ਹੈ ਵੀ ਕਹਿੰਦੇ ਹੁੰਦੇ ਵੀ ਇੱਕ ਰਾਜਾ ਹੈ ਔਰ ਬਹੁਤ ਗਰੀਬ ਹੈ ਪਰ ਅੱਜ ਮੈਂ ਇਹ ਕਹਾਂਗੀ ਵੀ ਮੇਰੇ ਪਾਪਾ ਜੋ ਹੈ ਉਹ ਮਤਲਬ ਇੱਕ ਐਸੇ ਸੰਤ ਨੇ ਜਿਹੜੇ ਬਹੁਤ ਅਮੀਰ ਨੇ ਜਿਨ੍ਹਾਂ ਦੀ ਝੋਲੀ ਦੇ ਵਿੱਚ ਸਾਰਿਆਂ ਲਈ ਦੁਆਵਾਂ ਨੇ ਉਹ ਹੁਣ ਅੱਜ ਗਰੀਬ ਨਹੀਂ ਹੈ ਇੰਨੇ ਅਮੀਰ ਨੇ ਜਿਹੜੇ ਸਾਰੀ ਦੁਨੀਆ ਨੂੰ ਖੁਸ਼ੀਆਂ ਦੇ ਰਹੇ ਨੇ ਜੇ ਕੰਮ ਦੇ ਮਾਮਲੇ 'ਚ ਉਹਨਾਂ ਦੀ ਗੱਲ ਕਰਾਂ ਤੇ ਉਹਨਾਂ ਦੀ ਕੰਮ ਹੀ ਜਿੱਦਾਂ ਪੂਜਾ ਹੈ ਕਿ ਕੰਮ ਨੂੰ ਉਹ 1 ਮਿੰਟ ਵੀ ਜੇ ਉਹਨਾਂ ਦਾ ਟਾਈਮ 12:30 ਆਫਿਸ ਜਾਣ ਦਾ ਤਾਂ ਉਹਨਾਂ ਨੇ ਪੂਰਾ 12:30 ਹੀ ਆਫਿਸ ਪਹੁੰਚਣਾ ਔਰ ਘਰ 'ਚ ਜੋ ਮਰਜ਼ੀ ਹੋ ਜਾਵੇ ਉਹਨਾਂ ਨੇ ਆਪਣੇ ਆਫਿਸ ਦੇ ਟਾਈਮ ਤੇ ਆਫਿਸ ਪਹੁੰਚਣਾ ਉਹ ਐਡੇ ਵੱਡੇ ਸਾਹਿਤਕਾਰ ਹੈ ਉਹਨਾਂ ਦੀ ਕਈ ਕਿਤਾਬਾਂ ਛਪੀਆਂ ਤੁਹਾਡੇ ਪਾਤਰ ਤੁਹਾਡੇ ਜਿਹੜੇ ਉਹ ਚਲਦੇ ਫਿਰਦੇ ਲੋਕ ਨੇ ਉਹਨਾਂ ਕਹਾਣੀਆਂ ਉਪਨਾਵਲਾਂ ਵਿੱਚ ਉਹਨਾਂ ਦੇ ਵਿੱਚ ਹਰ ਪਾਤਰ 'ਚ ਇੱਕ ਪੀੜਾ ਦਾ ਇੱਕ ਦਰਦ ਦਾ ਇੱਕ ਛੋ ਕੇ ਨਿਕਲਦਾ ਹੈ ਹਰ ਪਾਤਰ ਦੇ ਵਿੱਚੋਂ ਪੀੜਾ ਦਰਦ ਦੇ ਵਿੱਚੋਂ ਗੁਜ਼ਰ ਕੇ ਨਿਕਲ ਰਿਹਾ ਹੈ ਉਹ ਕਿਤੇ ਬਹੁਤ ਖੁਸ਼ੀ ਮਾਨ ਕੇ ਨਹੀਂ ਨਿਕਲਦਾ ਕਦੀ ਵੀ ਕੀ ਇਹ ਜਨਮਾਨਸ ਦਾ ਪ੍ਰਤੀਕ ਬਣਾ ਕੇ ਤੁਸੀਂ ਦਿੱਤਾ ਹੈ ਜਾਂ ਤੁਹਾਡੇ ਮਨ ਦੀ ਆਪਣੀ ਹੰਡਾਈ ਪੀੜਾ ਕਿਤੇ ਨਾ ਕਿਤੇ ਝਲਕ ਪੈਂਦੀ ਹੈ ਨਹੀਂ ਡਾਕਟਰ ਸਾਹਿਬਾ ਮੈਂ ਬਿਲਕੁਲ ਇੱਥੇ ਬੇਬਾਕ ਹੋ ਕੇ ਕਹਿਣਾ ਚਾਹਾਂਗਾ ਕਿ ਮੇਰੇ ਸਾਹਿਤ ਦੇ ਵਿੱਚ ਵਰਣਿਤ ਕਥਾ ਵਸਤੂ ਜੀ ਸੰਵਾਦ ਚਰਿੱਤਰ ਚਿੱਤਰਨ ਉਹ ਸਾਰਾ ਕੁਝ ਮੇਰਾ ਆਪਣਾ ਹੈ ਜੀ ਮੇਰੇ ਆਸ-ਪਾਸ ਦਾ ਮੇਰਾ ਭੋਗਿਆ ਹੋਇਆ ਮੈਂ ਜਿਹੜਾ ਯਥਾਰਥ ਆਪਣੀ ਕਹਾਣੀਆਂ ਵਿੱਚ ਆਪਣੇ ਉਪਨਿਆਸਾਂ ਵਿੱਚ ਜਾਂ ਆਪਣੀ ਕਵਿਤਾਵਾਂ ਵਿੱਚ ਦਿੱਤਾ ਹੈ ਉਹ ਕਿਤੋਂ ਲਿਆ ਹੋਇਆ ਨਹੀਂ ਹੈ ਨਾ ਹੀ ਕਿਤੇ ਮੈਂ ਆਸ-ਪਾਸ ਦੇਖਿਆ ਹੈ ਮੈਂ ਉਹ ਪੀੜਾਵਾਂ ਭੋਗੀਆਂ ਨੇ ਮੈਂ ਆਪਣੀ ਲਾਈਫ ਦੇ ਵਿੱਚ ਅੱਜ ਤੱਕ ਕਦੀ ਵੀ ਕਿਸੇ ਨੂੰ ਇੰਨਾ ਜ਼ਿਆਦਾ ਸੰਘਰਸ਼ ਕਰਦੇ ਹੋਏ ਨਹੀਂ ਦੇਖਿਆ ਜਿੰਨਾ ਕਿ ਮੈਂ ਆਪਣੇ ਨਾਨਾ ਜੀ ਨੂੰ ਦੇਖਿਆ ਜਦੋਂ ਮੈਂ ਛੋਟੀ ਸੀ ਮੇਰੇ ਦਾਦਕੇ ਸਾਈਡ ਤੇ ਕੋਈ ਵੀ ਪੜ੍ਹਿਆ ਨਹੀਂ ਸੀ ਤੇ ਮੇਰੇ ਨਾਨਕੇ ਸਾਈਡ ਤੇ ਮੇਰੇ ਨਾਨਾ ਤੇ ਨਾਨੀ ਜੀ ਨੂੰ ਦੇਖ ਕੇ ਹੀ ਮੇਰੇ ਵਿੱਚ ਇਹ ਚੀਜ਼ ਆਈ ਕਿ ਮੈਂ ਕਿਵੇਂ ਆਪਣੀ ਲਾਈਫ ਦੇ ਵਿੱਚ ਅੱਗੇ ਵਧਣਾ ਹੈ ਕਿਵੇਂ ਪੜ੍ਹਨਾ ਹੈ ਕਿਉਂਕਿ ਮੈਨੂੰ ਸੰਘਰਸ਼ ਤੇ ਸਟਰਗਲ ਤੇ ਪੜ੍ਹਾਈ ਦਾ ਜੋ ਅਸਲ ਸੱਚ ਹੈ ਉਹ ਮੇਰੇ ਨਾਨਾ ਨਾਨੀ ਤੋਂ ਹੀ ਪਤਾ ਲੱਗਾ ਤੇ ਮੈਂ ਕਹਿੰਦੀ ਆ ਕਿ ਮੇਰੇ ਨਾਨਾ ਜੀ ਐਪੀਟੋਮ ਆਫ ਸਕਸੈਸ ਨੇ ਤੇ ਮੇਰੇ ਲਈ ਇੱਕ ਇੱਦਾਂ ਦੀ ਪਰਛਾਈ ਹੈ ਜਿਨ੍ਹਾਂ ਦੇ ਨਕਸ਼ੇ ਕਦਮਾਂ ਤੇ ਮੈਂ ਤੁਰ ਕੇ ਅੱਜ ਇੱਥੇ ਪਹੁੰਚੀ ਹਾਂ ਮੇਰੇ ਪਾਪਾ ਮੇਰਾ ਅਭਿਮਾਨ ਹੀ ਨਹੀਂ ਮੇਰੇ ਘਰ ਦਾ ਤਾਜ ਵੀ ਨੇ ਮੇਰੇ ਘਰ ਦੇ ਵਿੱਚ ਅੱਜ ਦੀ ਡੇਟ ਜੋ ਕੁਝ ਵੀ ਬਣਿਆ ਹੋਇਆ ਜੋ ਕੁਝ ਵੀ ਹੈਗਾ ਜੋ ਕੁਝ ਇੱਜ਼ਤ ਮਾਨ ਸ਼ਾਨ ਸਭ ਕੁਝ ਹੈਗਾ ਉਹ ਮੇਰੇ ਪਾਪਾ ਕਰਕੇ ਹੀ ਹੈ ਮੈਂ ਵੀ ਅੱਜ ਸਮਾਜ ਦੇ ਵਿੱਚ ਬਹੁਤ ਅੱਛਾ ਨਾਮ ਕਮਾਇਆ ਹੈ ਪਰ ਉਹ ਵੀ ਸਿਰਫ ਆਪਣੇ ਪਾਪਾ ਦੀ ਬਦੌਲਤ ਮੇਰੇ ਪਾਪਾ ਦੀਆਂ ਕਹਾਣੀਆਂ ਮੇਰੇ ਪਾਪਾ ਦੀ ਕਿਤਾਬਾਂ ਮੇਰੇ ਪਾਪਾ ਦਾ ਕੰਮ ਉਹਦਾ ਸੰਸਕਾਰ ਮੇਰੇ ਵਿੱਚ ਬੋਲਦੇ ਨੇ ਉਹਨਾਂ ਦੀ ਸਿਖਾਈ ਹਰ ਚੀਜ਼ ਮੇਰੇ ਅੰਦਰੋਂ ਬੋਲਦੀ ਹੈ ਤੇ ਉਹਦਾ ਬੈਨੀਫਿਟ ਮੈਨੂੰ ਅਜੇ ਮਿਲਿਆ ਕਿ ਮੈਂ ਸ਼ਹਿਰ ਦੇ ਵਿੱਚ ਸਿਰ ਉਠਾ ਕੇ ਚੱਲਦਾ ਵਾਂ ਸ਼ਾਨ ਨਾਲ ਜਿੰਨਾ ਵਾਂ ਪਰ ਫਿਰ ਵੀ ਕਿਤੇ ਨਾ ਕਿਤੇ ਆਪਣੇ ਪਿੱਛੇ ਨਾਮ ਨਾਲ ਲੈ ਕੇ ਚੱਲਦਾ ਵਾਂ ਸਿਮਰ ਜੀ ਦਾ ਬੇਟਾ ਵਾਂ ਮੈਂ ਸੁਖਰਾਂਤ ਸਿਮਰ ਜੀ ਮੈਨੂੰ ਲੱਗਦਾ ਹੈ ਕਿ ਹਰ ਸਾਹਿਤਕਾਰ ਦੇ ਅੰਦਰ ਇੱਕ ਬੰਜਾਰਾ ਹੁੰਦਾ ਹੈ ਜੋ ਉਸ ਨੂੰ ਕਦੀ ਵੀ ਟਿਕ ਕੇ ਠਹਿਰਾਅ ਵਿੱਚ ਰਹਿਣ ਨਹੀਂ ਦਿੰਦਾ ਉਹ ਉਸ ਨੂੰ ਹਮੇਸ਼ਾ ਇੱਕ ਬੇਚੈਨੀ ਇੱਕ ਤੀਵਰਤਾ ਦਿੰਦਾ ਹੈ ਕੁਝ ਰਚਨਾ ਕਰਨ ਦੀ ਕੁਝ ਲਿਖਣ ਦੀ ਜਾਂ ਜੀਵਨ ਦੇ ਪ੍ਰਤੀ ਆਸਵਾਨ ਰਹਿਣ ਦੀ ਤੁਹਾਨੂੰ ਇੱਕ ਸਾਹਿਤਕਾਰ ਹੋਣ ਦੇ ਨਾਤੇ ਲੱਗਦਾ ਹੈ ਕਿ ਅੰਦਰ ਦਾ ਇਹ ਬੰਜਾਰਾ ਟਿਕਾਓ ਚਾਹੁੰਦਾ ਹੈ ਠਹਿਰਾਓ ਚਾਹੁੰਦਾ ਹੈ ਜਾਂ ਸਿਰਫ ਪਟਕਾਓ ਦਿੰਦਾ ਹੈ ਬੰਜਾਰਾ ਤਾਂ ਨਾਮ ਹੀ ਤਾਂ ਪਿਆ ਹੈ ਕਿ ਵਣਜਾਰਾ ਵਨ ਨੂੰ ਜਾਣ ਵਾਲਾ ਵਨ ਚੋਂ ਨਿਕਲਣ ਵਾਲਾ ਬੰਜਾਰਾ ਹਰ ਪਲ ਚੱਲਦਾ ਰਹਿੰਦਾ ਹੈ ਜ਼ਿੰਦਗੀ ਉਹਦੀ ਚੱਲਣ ਦੀ ਹੈ ਚਲਣਾ ਹੀ ਜ਼ਿੰਦਗੀ ਹੈ ਲੇਕਿਨ ਮੇਰੀ ਜੇ ਤੁਸੀਂ ਸਵਾਲ ਮੈਨੂੰ ਪੁੱਛਿਆ ਹੈ ਤਾਂ ਮੇਰੀ ਤਾਂ ਜ਼ਿੰਦਗੀ ਹੀ ਬੰਜਾਰਾ ਰਹੀ ਹੈ ਮੇਰੇ ਕਾਵ ਦੀ ਪਹਿਲੀ ਪੰਕਤੀ ਪਹਿਲਾ ਸ਼ਬਦ ਜਿਹੜਾ ਹੈ ਉਹ ਬੰਜਾਰੇ ਤੋਂ ਹੀ ਮਿਲਿਆ ਸੀ ਜੀ ਵੰਗਾਂ ਲੈ ਲਓ ਵੰਗਾਂ ਚੜਾ ਲਓ ਵੰਗਾਂ ਪਹਿਲਾਂ ਪਿੰਡਾਂ 'ਚ ਆਇਆ ਕਰਦੇ ਸੀ ਇਹ ਪਿੰਡਾਂ 'ਚ ਹੁੰਦੇ ਸੀ ਤੇ ਮੇਰਾ ਪਾਲਣ ਪੋਸ਼ਣ
ਜੀ ਕਿਉਂਕਿ ਪਿੰਡ ਵਿੱਚ ਹੋਇਆ ਹੈ, ਪਿੰਡਾਂ 'ਚ ਹੋਇਆ ਹੈ। ਜੀ ਤੇ ਮੈਂ ਉਹ ਬੰਜਾਰਾ ਵੇਂਦਾ ਸਾਂ, ਅੰਬਾਂ ਦੇ ਬਾਗ ਵਿੱਚੋਂ ਲੰਘਦਾ ਸੀ। ਅੰਬਾਂ ਦੇ ਬਾਗ 'ਚੋਂ ਗੁਜ਼ਰਦੇ ਹੱਥ ਵਿੱਚ ਉਹਨੇ ਇੱਕ ਛੋਟੀ ਜਿਹੀ ਸੰਦੂਕੜੀ ਫੜੀ ਹੁੰਦੀ ਸੀ, ਮੰਗਾ ਵਾਲੀ। ਉਹ ਬੰਗਾਂ ਦੀ। ਉਹੋ ਜਿਹੀ ਸੰਦੂਕੜੀ ਮੈਂ ਬਣਾ ਲਈ ਸੀ, ਜਿਹੜੀ ਜ਼ਿੰਦਗੀ ਪਰ ਮੇਰੇ ਨਾਲ ਨਾਲ ਚੱਲਦੀ ਰਹੀ ਹੈ। ਅੱਜ ਹੁਣ ਉਮਰ ਦੇ ਆਖਰੀ ਪੜਾਅ ਵਿੱਚ ਡਾਕਟਰ ਸਾਹਿਬਾ, ਪਤਾ ਨਹੀਂ ਜ਼ਿੰਦਗੀ ਨੇ ਮੈਨੂੰ ਕਦੋਂ ਛੱਡ ਜਾਣਾ ਹੈ, ਪਰ ਮੈਂ ਉਹ ਸੰਦੂਕੜੀ ਛੱਡ ਦਿੱਤੀ ਜੀ ਹੁਣ। ਸਿਮਰ ਜੀ, ਉਮਰਾਂ ਦੇ ਬੇਸ਼ੁਮਾਰ ਪੈਂਡੇ ਤੈਅ ਕਰਨ ਤੋਂ ਬਾਅਦ ਜਦੋਂ ਤੁਸੀਂ ਆਪਣੇ ਇਸ ਭਰੇ ਪੂਰੇ ਸਕੂਨ ਭਰੀ ਜ਼ਿੰਦਗੀ ਨੂੰ ਪਿੱਛੇ ਮੁੜ ਕੇ ਇੱਕ ਵਾਰੀ ਦੇਖਦੇ ਹੋ, ਕੀ ਤੁਹਾਨੂੰ ਲੱਗਦਾ ਹੈ ਕਿ ਕੋਈ ਖਲਿਸ਼, ਕੋਈ ਮਲਾਲ, ਕੋਈ ਰੰਜ, ਕੋਈ ਖੁਆਇਸ਼ ਅਧੂਰੀ ਰਹਿ ਗਈ ਹੈ? ਪਿੱਛੇ ਮੁੜ ਕੇ ਦੇਖਦਾ ਵਾਂ ਤੇ ਹਰ ਕਦਮ ਜਿਹੜਾ ਹੈ ਮੈਨੂੰ ਸਕੂਨ ਦਿੰਦਾ ਹੈ, ਮੈਨੂੰ ਸ਼ਾਂਤੀ ਦਿੰਦਾ ਹੈ। ਜਿਹੜਾ ਅੱਗੇ ਵੀ ਕਦਮ ਦਿਸ ਰਿਹਾ ਹੈ, ਜਿੰਨੇ ਵੀ ਕਦਮ ਮੈਂ ਪੁੱਟਨੇ ਨੇ, ਮੈਨੂੰ ਲੱਗਦਾ ਹੈ ਕਿ ਮੇਰੇ ਬਿਲਕੁਲ ਪੈਰ ਜਿਹੜੇ ਨੇ ਸਹੀ ਨਿਸ਼ਾਨੇ ਤੇ ਚੱਲ ਰਹੇ ਨੇ। ਜੀ ਮੈਂ ਸ਼ੁਕਰਗੁਜ਼ਾਰ ਹਾਂ ਉਸ ਅੱਲਾ ਦਾ, ਪਰਵਰਦਿਗਾਰ ਦਾ, ਵਾਹਿਗੁਰੂ ਦਾ, ਰੱਬ ਦਾ, ਜੀ ਕਿ ਮੈਨੂੰ ਇਹੋ ਜਿਹੀ ਚੰਗੀ ਜ਼ਿੰਦਗੀ, ਚੰਗਾ ਪਰਿਵਾਰ ਜੀ ਮੈਨੂੰ ਮਿਲਿਆ। ਮੈਂ ਤੁਹਾਡੀਆਂ ਗੱਲਾਂ ਤੋਂ ਇਹੀ ਸਮਝਿਆ ਹੈ ਕਿ ਤੁਹਾਡੀ ਜ਼ਿੰਦਗੀ 'ਚ ਕੋਈ ਖਲਿਸ਼, ਕੋਈ ਖੁਆਇਸ਼ ਨਹੀਂ ਹੈ। ਉਮਰਾਂ ਦੇ ਪੈਂਡੇ ਪ੍ਰੋਗਰਾਮ 'ਚ ਸਿਮਰ ਸਦੋਸ਼ ਜੀ ਤੁਹਾਡਾ ਬਹੁਤ-ਬਹੁਤ ਆਉਣ 'ਤੇ ਸਵਾਗਤ ਵੀ ਤੇ ਧੰਨਵਾਦ ਵੀ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਇੱਕ ਅਰਥ ਦਿੱਤਾ ਹੈ, ਇੱਕ ਸਾਰਥਕਤਾ ਪ੍ਰਦਾਨ ਕੀਤੀ ਹੈ। ਬਹੁਤ-ਬਹੁਤ ਧੰਨਵਾਦ।